ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਅੱਗੇ ਪੜਾਅ ਦਰ ਪੜਾਅ ਵਧਦਾ ਜਾ ਰਿਹਾ ਤੇ ਇਸੇ ਸੰਘਰਸ਼ ਦੇ ਦਰਮਿਆਨ ਜਦੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਕਿਸਾਨ ਆਗੂਆਂ ਦੇ ਬਿਆਨਾਂ ਦੇ ਵੱਲ ਸਭ ਦੀਆਂ ਨਿਗਾਹਾਂ ਨੇ ਕਿ ਆਖਿਰਕਾਰ ਦੀਪ ਸਿੱਧੂ ਮਾਮਲੇ ਦੇ ਵਿੱਚ ਵੱਖ-ਵੱਖ ਕਿਸਾਨ ਆਗੂ ਕੀ ਕਹਿ ਰਹੇ ਨੇ। ਇਸ ਮਾਮਲੇ ਦੇ ਵਿੱਚ ਬਲਦੇਵ ਸਿੰਘ ਸਿਰਸਾ ਦਾ ਬਿਆਨ ਹੈ। ਬਲਦੇਵ ਸਿਰਸਾ ਨੇ ਦੱਸਿਆ ਹੈ ਕਿ ਅੱਜ ਭਾਵ 10 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਣੀ ਹੈ, ਜਿਸ ਦੇ ਵਿੱਚ ਦੀਪ ਸਿੱਧੂ ਨੂੰ ਲੈ ਕੇ ਵੀ ਚਰਚਾ ਕੀਤੀ ਜਾਣੀ ਹੈ ਤੇ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ। ਇਸ ਦਰਮਿਆਨ ਬਲਦੇਵ ਸਿੰਘ ਸਿਰਸਾ ਦਾ ਕੀ ਕੁਝ ਕਹਿਣਾ ਰਿਹਾ ਉਹ ਸੁਣਦੇ ਹਾਂ। ਸੰਯੁਕਤ ਮੋਰਚੇ ਦੀ ਤੇ ਸਾਡੀ ਕੱਲ ਮੀਟਿੰਗ ਹੈ। मैं ਅੰਮ੍ਰਿਤਸਰ ਅੱਜ ਆਇਆ ਹੋਇਆ, ਮੇਰੀ ਦੋਤੀ ਦਾ ਵਿਆਹ ਸੀ, ਮੈਂ ਇੱਥੇ ਪਹੁੰਚਿਆ। ਸੰਯੁਕਤ ਮੋਰਚੇ ਦੀ ਕੱਲ 10 ਤਰੀਕ ਨੂੰ ਮੀਟਿੰਗ ਹੈ, ਉਹਦੇ ਵਿੱਚ ਕੀ ਵਿਚਾਰਾਂ ਹੁੰਦੀਆਂ ਨੇ ਪਤਾ ਨਹੀਂ ਉੱਥੇ ਕੀ ਹੈ। ਬਾਕੀ ਮੈਂ ਇਹ ਗੱਲ ਕਹਾਂਗਾ ਕਿ ਕੇਂਦਰ ਸਰਕਾਰ ਜਿਹੜੀ ਆ ਇਸ ਸਾਡੇ ਸੰਘਰਸ਼ ਨੂੰ ਫੇਲ ਕਰਨ ਵਾਸਤੇ ਤਰ੍ਹਾਂ ਦੇ ਛੜਯੰਤਰ ਰਚ ਰਹੀ ਹੈ ਤੇ 26 ਜਨਵਰੀ ਨੂੰ ਜੋ ਘਟਨਾਕ੍ਰਮ ਵਾਪਰਿਆ ਸੀ ਉਹ ਸਾਰੇ ਦਾ ਸਾਰਾ ਪ੍ਰੀ ਪਲਾਨ ਸਰਕਾਰ ਨੇ ਖੁਦ ਕੀਤਾ ਔਰ ਹੁਣ ਵੀ ਜੋ ਕੁਝ ਵੀ ਹੋ ਰਿਹਾ ਸਾਰਾ ਕੁਝ ਕੇਂਦਰ ਸਰਕਾਰ ਜਿਹੜੀ ਆ ਇਹ ਸਾਡੇ ਸੰਘਰਸ਼ ਨੂੰ ਫੇਲ ਕਰਨ ਵਾਸਤੇ ਤਰ੍ਹਾਂ ਦੇ ਛੜਯੰਤਰ ਜਿਹੜੀ ਆ ਉਹੀ ਰਚ ਰਹੀ ਆ। ਬਸ ਕੀ ਸੰਯੁਕਤ ਮੋਰਚਾ ਦੀਪ ਸਿੱਧੂ ਦੀ ਸਪੋਰਟ ਕਰੇਗਾ? ਇਹ ਤਾਂ ਕੱਲ ਨੂੰ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਆ, ਉਸ ਮੀਟਿੰਗ ਦੇ ਵਿੱਚ ਕੀ ਵਿਚਾਰਾਂ ਹੁੰਦੀਆਂ ਨੇ ਇਹ ਉਹਦੇ ਵਿੱਚ ਹੀ ਫੈਸਲਾ ਹੋਵੇਗਾ। ਬਲਦੇਵ ਸਿੰਘ ਸਿਰਸਾ ਇਕੱਲੇ ਸੰਯੁਕਤ ਮੋਰਚੇ ਦੇ ਕੀ ਰਾਏ ਬਣਦੀ ਆ ਕੀ ਨਹੀਂ ਉਹਦੇ ਵਿੱਚ ਇਕੱਲਾ ਮੈਂ ਇੱਥੇ ਕੋਈ ਆਪਣੀ ਗੱਲ ਨਹੀਂ ਕਰ ਸਕਦਾ। ਉਧਰ ਲਾਲ ਕਿਲੇ ਘਟਨਾ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਨੂੰ ਕੱਲ ਮੈਡੀਕਲ ਕਰਵਾਉਣ ਤੋਂ ਬਾਅਦ 30 ਹਜ਼ਾਰੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਜਿਸ ਦਰਮਿਆਨ ਦੀਪ ਸਿੱਧੂ ਦੇ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਸੀ। ਪਰ ਦੀਪ ਸਿੱਧੂ ਦਾ 1 ਹਫ਼ਤੇ ਦਾ ਪੁਲਿਸ ਰਿਮਾਂਡ ਹੀ ਪੁਲਿਸ ਦੇ ਵੱਲੋਂ ਲਿਆ ਗਿਆ ਹੈ, ਜਿਸ ਦਰਮਿਆਨ ਹੁਣ ਪੁਲਿਸ ਵੱਖ-ਵੱਖ ਮਾਮਲਿਆਂ ਦੇ ਉੱਤੇ ਗੱਲਬਾਤ ਕਰੇਗੀ। ਦੀਪ ਸਿੱਧੂ ਤੋਂ ਪੁੱਛਗਿੱਛ ਹੋਵੇਗੀ ਕਿ ਆਖਿਰਕਾਰ ਦੀਪ ਸਿੱਧੂ ਹੁਣ ਤੱਕ ਕਿੱਥੇ ਠਹਿਰਿਆ ਹੈ ਤੇ ਆਖਿਰਕਾਰ ਦੀਪ ਸਿੱਧੂ ਦੇ ਇਸ ਘਟਨਾ ਦੇ ਪਿੱਛੇ ਕਿਸੇ ਅਜਿਹੀਆਂ ਤਾਕਤਾਂ ਦਾ ਸਬੰਧ ਤਾਂ ਨਹੀਂ ਜਿਨ੍ਹਾਂ ਦੇ ਵੱਲੋਂ ਦੇਸ਼ ਨੂੰ ਇੱਕ ਤਰਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਵੀ ਦੀਪ ਸਿੱਧੂ ਤੋਂ ਪੁੱਛਗਿੱਛ ਹੋ ਸਕਦੀ ਹੈ। ਸੋ ਲਗਾਤਾਰ ਹੁਣ 1 ਹਫ਼ਤਾ ਪੁੱਛਗਿੱਛ ਤੋਂ ਬਾਅਦ ਦੁਬਾਰਾ ਦੀਪ ਸਿੱਧੂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ये लाल किले में संगठित हुआ जो हिंसा था उसमें ये एक मुख्य आरोपी है। इसके ऊपर 1 लाख रुपया का रिवार्ड भी घोषणा किया गया था। इसको दिल्ली पुलिस की स्पेशल सेल की टीम ने गिरफ्तार कर लिया है। ये सब अभी तफ्तीश का विषय है। ये पूछताछ के बाद और तफ्तीश के दौरान ये सब पता किया जाएगा। ऑपरेशनल डिटेल अभी साझा नहीं कर पा रहे हैं। उधर कांग्रेस ਦੇ ਵੱਲੋਂ ਹੁਣ ਪ੍ਰਾਈਵੇਟ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਪ੍ਰਾਈਵੇਟ ਬਿੱਲ ਨੂੰ ਸੰਸਦ ਦੇ ਵਿੱਚ ਲਿਆਂਦਾ ਗਿਆ ਹੈ, ਜੋ ਕਾਂਗਰਸ ਦੇ 8 ਸੰਸਦਾਂ ਦੇ ਵੱਲੋਂ ਲਿਆਂਦਾ ਗਿਆ, ਜਿਸ ਨੂੰ ਲੈ ਕੇ 8 ਸੰਸਦਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਦੱਸਦੀ ਹੈ ਕਿ ਪ੍ਰਾਈਵੇਟ ਬਿੱਲ खेती कानून वापस कराने ਨੂੰ ਲੈ ਕੇ ਲਿਆਂਦਾ ਗਿਆ। देखिए हम लोग प्राइवेट बिल पेश कर रहे हैं, प्राइवेट बिल पेश कर रहे हैं। इस करके होया भी ये पंजाब ने पहला गल चक्की है। पंजाब के मुख्य मंत्री कैप्टन महाराजा अमरिंदर सिंह जी ने सब तो पहला विधान सभा के बिल लिया के ये पास किया है जी, क्योंकि पंजाब खेतीबाड़ी सूबा है। वैसे तो सारा हिंदुस्तानी खेतीबाड़ी प्रधान है, लेकिन पंजाब के लोग ज़्यादा खेतीबाड़ी के उम्मीद भी रखते हैं तो उन्होंने किया भी है। तो मेरे कहने का मतलब यह है भी असी लोग पहला कर देते हैं है जी। असी पहल की है, सारा हिंदुस्तान नाल लग गया। सानू ये उम्मीद है भी हुण सारे मैंबर साडे नाल लगणगे अते ये बिल जरूर कैंसल होंगे। देखो जो भी काम करते हैं कुछ ना कुछ दबाव तो पड़ता है, अननोटिस तो नहीं जाएगा। और हमारे सांसदों के पास जो भी ज़रिए हैं इस किसानों के आंदोलन के लिए, उनका साथ देने के लिए, ये काले कानून वापस करने के लिए हम कर रहे हैं और करते रहेंगे। देखो इस तरह हैगा, असी मैंबर पार्लीमेंट आ लोक सभा दे, ਅਸੀਂ ਆਪਸ ਵਿੱਚ ਬਹੁਤ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ ਇਹਨਾਂ ਨੂੰ ਡੈਲੀਗੇਸ਼ਨਾਂ 'ਚ ਵੀ ਜਾ ਕੇ ਮਿਲ ਗਏ ਕੇਂਦਰ ਸਰਕਾਰ ਨੂੰ, ਸਾਰਿਆਂ ਨਾਲ ਡਿਸਕਸ਼ਨ ਹੋ ਗਈ, ਪਾਰਲੀਮੈਂਟ 'ਚ ਵੀ ਬੋਲ ਰਹੇ ਹਾਂ। ਇਹ ਸਰਕਾਰ ਦੇ ਤਾਂ ਕੰਨ ਤੇ ਜੂੰ ਵੀ ਨਹੀਂ ਰਹੇਂਗੇ, ਇਹ ਤਾਂ ਪਰਵਾਹ ਹੀ ਨਹੀਂ ਕਰਦੇ। ਤੇ ਸੋਚਿਆ ਹੁਣ ਇਹਨਾਂ ਨੂੰ ਕਿਵੇਂ ਕਰੀਏ ਤੇ ਸਾਨੂੰ ਇੱਕ ਲੀਗਲ ਵੇ ਆਊਟ ਦਿਖਿਆ ਕਿ ਆਪਾਂ ਪ੍ਰਾਈਵੇਟ ਮੈਂਬਰ ਅਗਰ ਬਿੱਲ ਲਿਆਈਏ और इस बिल की सानू उम्मीद आ, क्योंकि फार्मर एक तो बैकग्राउंड बहुत लोगों की है, दूसरा की है 60% जनसंख्या इस मुल्क की खेती ते निर्भर हैगी है। सानू ये लगता बहुत सारे मैंबर इस गल दे पिछे आ जाएंगे। तीसरा
ਐਜੀਟੇਸ਼ਨ ਬਹੁਤ ਵਾਈਡ ਸਪਰੈਡ ਹੈਗੀ ਆ। ਇਹ ਵੈਸੇ ਕਹੀ ਜਾਂਦੇ ਆ ਪੰਜਾਬ ਹਰਿਆਣਾ, ਪਹਿਲਾਂ ਤਾਂ ਹਰਿਆਣਾ ਦਾ ਮੁੱਖ ਮੰਤਰੀ ਕੀ ਕਹਿੰਦਾ ਹੁੰਦਾ ਸੀ, हरियाणा का तो एक भी आदमी नहीं आ रहा। अब हरियाणा के किसी गांव में खट्टर साहब जाए ना, दौरा क्यों नहीं करते हैं अपने हरियाणा का? कोई बंदा अखा ही मीचले मनना ही नहीं कि कुछ हो रहा, तो की कर सकते हैं? मोदी साहब तो वो प्रधानमंत्री ने ਜਿਹੜੇ मनना ही नहीं चाहते हैगे, पर मनणगे। मैं अज तुहानूं कहण दिया, ये खुद विड्रॉ करनगे लॉस, क्योंकि थल्लों प्रेशर बहुत आ। देखो, जैसे हमारी स्ट्रेटजी है कि आज हम 8 लोगों ने किया, कल हमारे राज्यसभा वाले करेंगे, फिर हम कोशिश करेंगे सहयोगी पार्टियां करें, और हम अपील भी आपके माध्यम से कर रहे हैं वो लोगों को जिन्होंने 270 लोग जिन्होंने अपना प्रोफेशन जो है वो खेती बाड़ी लगाया है, कि वो सभी ये प्राइवेट मेंबर बिल्डर, अगर 300 MP प्राइवेट मेंबर्स बिल डालता है तो सरकार हिलने लग पड़ेगी, सरकार को इस बात को मानना पड़ेगा। सो मैं समझता हूँ कि हम सही दिशा में जा रहे हैं, और हम किसान को उसका हक दिलाएंगे जैसे मर्जी हो, हमें कितनी भी यातनाएं झेलनी पड़े, जितनी भी कुर्बानी देनी पे करेंगे, और किसान को उसका हक दिलाएंगे। ਉਧਰ ਯੂਥ ਕਾਂਗਰਸ ਦੇ ਆਗੂਆਂ ਦੇ ਵੱਲੋਂ ਵੀ ਪਾਰਲੀਮੈਂਟ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਰਮਿਆਨ ਉਹਨਾਂ ਨੂੰ ਪਹਿਲਾਂ ਹੀ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਤੇ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ। ਦੱਸ ਦਈਏ ਕਿ ਯੂਥ ਕਾਂਗਰਸ ਦਾ ਵੱਡਾ ਹਜੂਮ ਪਾਰਲੀਮੈਂਟ ਦਾ ਘਿਰਾਓ ਕਰਨ ਦੇ ਲਈ ਉੱਥੇ ਪਹੁੰਚਿਆ ਸੀ। ਜਿਸ ਤਰੀਕੇ ਨਾਲ ਇਹਨਾਂ ਤੋਂ ਕੋਈ ਟਸ ਤੋਂ ਮਸ ਨਹੀਂ ਹੋ ਰਹੀ, ਇਹਨਾਂ ਤੇ ਕੋਈ ਫਰਕ ਨਹੀਂ ਪੈ ਰਿਹਾ, ਇਸ ਕਰਕੇ ਇਹ ਬਹੁਤ ਜ਼ਰੂਰੀ ਆ ਵੀ ਇਹਨਾਂ ਸਾਰਿਆਂ ਨੂੰ ਇੱਕ ਪ੍ਰੈਸ਼ਰ ਪਾਇਆ ਜਾਵੇ, ਹਰ ਸਿਆਸੀ ਪਾਰਟੀ ਵੱਲੋਂ ਪਾਇਆ ਜਾਵੇ। ਜਿਹੜੀ ਸਿਆਸੀ ਪਾਰਟੀਆਂ ਇਸ ਟਾਈਮ ਇਸ ਬਿੱਲ ਦੇ ਵਿਰੋਧ ਵਿੱਚ ਖੜੀਆਂ ਵਾ, ਉਹਨਾਂ ਸਾਰਿਆਂ ਨੂੰ ਵੀ ਇਕੱਠੇ ਹੋਣ ਦੀ ਲੋੜ ਆ, ਔਰ ਆਪਣੇ ਆਪਣੇ ਸਿਆਸੀ ਦਮਖਮ ਨਾਲ ਪ੍ਰੈਸ਼ਰ ਪਾਉਣ ਦੀ ਲੋੜ ਆ। ਜਿਵੇਂ ਸਿੰਘੂ ਔਰ ਟਿੱਕਰੀ ਦੇ ਵਿੱਚ ਜ਼ੋਰ ਪਿਆ ਹੋਇਆ ਵਾ, ਉਵੇਂ ਆਪਣੇ ਆਪਣੇ ਸਿਆਸੀ ਆਪਣਾ ਜ਼ੋਰ ਦੇ ਨਾਲ ਉਹ ਅੱਗੇ ਤੱਕ ਪਹੁੰਚਣ, ਔਰ ਅੱਗੇ ਇਹਨਾਂ ਨੂੰ ਜਾ ਕੇ ਪਾਰਲੀਮੈਂਟ ਦੇ ਵਿੱਚ ਘੇਰਨ, ਬਾਹਰ ਘੇਰਨ, ਹਰ ਜਗ੍ਹਾ ਘੇਰਨ, ਹਰ ਸਟੇਟ ਵਿੱਚ ਘੇਰਨ। ਇਹੀ ਸਾਡੀ ਜ਼ੋਰਦਾਰ ਕੋਸ਼ਿਸ਼ ਹੈ। ਮੰਗ क्या है आपकी इनमें? ਮੰਗ ਇਹ ਆ ਵੀ ਇਹ ਕਾਨੂੰਨਾਂ ਨੂੰ ਵਾਪਸ ਲਓ, ਵੀ ਜਦ ਤੱਕ ਕਿਸਾਨ ਨਹੀਂ ਰਾਜੀ ਤਾਂ ਤੁਸੀਂ ਕਿਉਂ ਇਸ ਚੀਜ਼ ਨੂੰ ਐ ਕਰ ਰਹੇ ਹੋ? ਇਸ ਕਰਕੇ ਉਹਨਾਂ ਨੂੰ ਵਾਪਸ ਲਓ ਔਰ ਉਸ ਚੀਜ਼ ਨੂੰ ਅੱਗੇ ਵਧਾਓ। ਇਹ ਸਾਡੀ ਮੰਗ ਹੈ, ਕਲੀਅਰ ਮੰਗ ਆ। ਰਾਹੁਲ ਗਾਂਧੀ ਜੀ ਪਹਿਲੇ ਦਿਨ ਤੋਂ ਕਹਿ ਰਹੇ ਆ, ਕੈਪਟਨ ਸਾਹਿਬ ਪਹਿਲੇ ਦਿਨ ਤੋਂ ਕਹਿ ਰਹੇ ਆ, ਆਪਣਾ ਕਹਿੰਦੇ ਰਿਪੀਲ ਕਰਨੇ ਹੀ ਪੈਣਗੇ ਕਾਨੂੰਨ, ਇਸ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ। ਉਧਰ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਬਲਦੀਪ ਸਿੰਘ ਸਿਰਸਾ ਨੇ ਗੱਲਬਾਤ ਕੀਤੀ ਹੈ। ਬਲਦੀਪ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਇਸ ਵਕਤ ਕਰਵਾਉਣੀਆਂ ਨਹੀਂ ਚਾਹੀਦੀਆਂ ਸੀ, ਇਸ ਦਾ ਬਹੁਤ ਵੱਡਾ ਪ੍ਰਭਾਵ ਕਿਸਾਨੀ ਅੰਦੋਲਨ ਦੇ ਉੱਤੇ ਪਵੇਗਾ। ਬਲਦੀਪ ਸਿੰਘ ਸਿਰਸਾ ਦਾ ਹੋਰ ਕੀ ਕੁਝ ਕਹਿਣਾ, ਉਹ ਸੁਣਦੇ ਆ। ਦੇਖੋ, ਮੈਂ ਤੇ ਇਹ ਗੱਲ ਕਹਾਂਗਾ ਕਿ ਕਾਂਗਰਸ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ, ਫਰਜ਼ ਬਣਦਾ ਸੀ ਕਿ ਕਿਸਾਨ ਜਿਹੜੇ ਨੇ ਉਹ ਆਪਣੇ ਹਿੱਤਾਂ ਵਾਸਤੇ ਕਿਸਾਨੀ ਮੁੱਦਿਆਂ ਲੈ ਕੇ, ਇੱਕ ਬੰਨੇ ਤੇ ਕੈਪਟਨ ਸਾਹਿਬ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਹਾਂ, ਤੇ ਕਿਸਾਨ ਤਾਂ ਉੱਥੇ ਬੈਠੇ ਨੇ ਧਰਨਿਆਂ ਦੇ ਉੱਤੇ, ਤੇ ਇਹ ਇਲੈਕਸ਼ਨਾਂ ਜਿਹੜੀਆਂ ਸੀ ਡਿਕਲੇਅਰ ਹੀ ਨਹੀਂ ਸੀ ਕਰਨੀਆਂ ਚਾਹੀਦੀਆਂ, ਇਲੈਕਸ਼ਨਾਂ ਹੋਣੀਆਂ ਨਹੀਂ ਚਾਹੀਦੀਆਂ। ਹੁਣ ਜਿਹੜੇ ਲੋਕ ਅੱਜ ਵੋਟ ਦੀ ਗਿਣਤੀ ਹੁੰਦੀ ਆ, ਜੇ ਕੋਈ ਕਿਤੇ ਵੀ ਕਿਸੇ ਵਾਰਡ ਦੇ ਵਿੱਚ ਮੰਨ ਲਓ ਖੁਦਾ ਨੁਖਾਸਤਾ ਕੋਈ ਬੀਜੇਪੀ ਦਾ ਜਿੱਤ ਗਿਆ, ਤੇ ਫਿਰ ਬੀਜੇਪੀ ਕੀ ਕਹੇਗੀ? ਛਾਲਾ ਮਾਰੇਗੀ ਨਾ ਵੀ ਆਹ ਪੰਜਾਬ ਦੇ ਲੋਕ ਤੇ ਅਸੀਂ ਉੱਥੋਂ ਜਿੱਤ ਗਏ। ਇਸ ਤਰ੍ਹਾਂ ਇਹ ਵੋਟਾਂ ਹੋਣੀਆਂ ਪੈਣੀਆਂ ਨਹੀਂ ਚਾਹੀਦੀਆਂ, ਤੇ ਮੈਂ ਵੋਟਰਾਂ ਨੂੰ ਇੱਕ ਅਪੀਲ ਕਰੂੰਗਾ ਕਿ ਇਹ ਵੋਟਾਂ ਵੱਲ ਧਿਆਨ ਨਾ ਕਰਨ। ਜੇਕਰ ਵੋਟਾਂ ਪੋਲ ਹੁੰਦੀਆਂ ਨੇ, ਜਿੰਨੀ ਵੱਧ ਪੋਲਿੰਗ ਹੋਏਗੀ, ਇਹ ਸਮਝਿਆ ਜਾਏਗਾ ਕਿ ਉਹ ਜਿਹੜੇ ਲੋਕ ਨੇ ਉਹ ਕਿਸਾਨੀ ਸੰਘਰਸ਼ ਦੇ ਨਾਲ ਨਹੀਂ, ਉਹ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ, ਅਤੇ ਜਿਹੜਾ ਸੰਘਰਸ਼ ਹੈ ਉਹ ਕਿਸੇ ਹੋਰ ਪਾਸੇ ਚੱਲ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅਹਿਮ ਬੈਠਕ ਹੋਈ ਹੈ, ਜਿਸ ਬੈਠਕ ਦੇ ਵਿੱਚ ਵੱਡੇ ਫੈਸਲਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ। ਦੱਸਦੀ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਵੀ ਇਸ ਦਰਮਿਆਨ ਗੱਲਬਾਤ ਹੋਈ ਹੈ, ਤੇ ਇਸ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਸਾਨੀ ਮਸਲੇ ਨੂੰ ਲੈ ਕੇ ਵੀ ਕਈ ਟਿੱਪਣੀਆਂ ਕੀਤੀਆਂ ਨੇ। 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ ਉਹਦੀ ਨਿੰਦਾ ਵੀ ਕੀਤੀ, ਤੇ ਜਿਹੜੇ ਉੱਥੇ ਗ੍ਰਿਫਤਾਰ ਕੀਤੇ ਗਏ ਹੈ ਤੇ ਸਾਰੇ ਸਰਬਸੰਮਤੀ ਨਾਲ ਇਹ ਪਾਸ ਕੀਤਾ ਕਿ ਉਹਨਾਂ ਨੂੰ ਤੁਰੰਤ ਰਿਹਾਈ ਕੀਤੀ ਜਾਵੇ, ਤੇ ਜਿਹੜੇ ਕੋਈ ਉੱਥੇ ਨਵਦੀਪ ਸਿੰਘ ਆਪਣਾ ਲੜਕੇ ਨੂੰ ਜਿਸ ਦੀ ਜਾਨ ਗੋਲੀ ਨਾਲ ਵੀ ਗਈ ਹੈ, ਤੇ ਜਿਹੜੇ ਵੈਸੇ ਵੀ ਜਾਨਾਂ ਚਲੀਆਂ ਗਈਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ, ਤੇ ਸ਼ੋਕ ਮਤਾ ਉਹਨਾਂ ਦੇ ਪਰਿਵਾਰਾਂ ਨੂੰ ਭੇਜਣ ਵਾਸਤੇ ਪਾਸ ਕੀਤਾ ਗਿਆ। ਦੂਜੀ ਗੱਲ ਹੈਗੀ ਹੈ ਕਿ ਜੋ ਭਾਈ ਰਾਜੋਆਣਾ ਸਾਹਿਬ ਕਾਫੀ ਚਿਰ ਤੋਂ ਜੇਲ੍ਹ ਵਿੱਚ ਹੈ, ਤੇ ਉਹਨਾਂ ਤੁਰੰਤ ਫੈਸਲਾ ਕਰੇ ਸਰਕਾਰ,
ਤੁਰੰਤ ਉਹਨਾਂ ਦੀ ਰਿਹਾਈ ਕਰੇ, ਉਹਦੇ ਸੰਬੰਧ ਵਿੱਚ ਜਿਹੜਾ ਉਹ ਪਤਾ ਕੀਤਾ ਗਿਆ। ਇੱਕ ਉਹਨਾਂ ਦੇ ਫੀਸ ਵਾਸਤੇ, ਕਿਉਂਕਿ ਅਸੀਂ ਹਰ ਮਹੀਨੇ ਜਾਂ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਏ ਫੀਸ ਦਿੰਦੇ ਹਾਂ। ਇਸ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਜੀ, ਉਹਨਾਂ ਦੀ ਵੀ ਹਰ ਪੇਸ਼ੀ ਦਾ ਅਸੀਂ ਵਕੀਲ ਨਾਲ ਕੀਤਾ, ਉਹਨਾਂ ਦਾ ਵੀ 11 ਲੱਖ ਰੁਪਇਆ ਤੇ ਉਹਨਾਂ ਦੀ ਜਿਹੜੀ ਆਈ ਸੀ ਫੀਸ ਉਹ ਵੀ ਪਾਸ ਕੀਤੀ ਗਈ ਹੈ। ਭਾਈ ਰਾਜਵਾਨਾ ਸਾਹਿਬ ਜੀ ਦੀ ਕਿ ਵਕੀਲ ਨੂੰ ਫੀਸ ਦੇਣੀ ਹੈ, ਉਹ ਵੀ ਕਿਉਂਕਿ ਅਸੀਂ ਇਹ ਜਿਹੜਾ ਪੱਕਾ ਹੀ ਬਣਾਇਆ ਹੋਇਆ ਕਿ ਜਦੋਂ ਵੀ ਉਹਨਾਂ ਦੀ ਪੇਸ਼ੀ ਹੁੰਦੀ ਹੈ, ਉਹਨਾਂ ਨੇ ਸਾਡੇ ਕੋਲ ਮੰਗਿਆ ਹੋਇਆ ਕਿ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਇਆ ਭਾਈ ਰਾਜਵਾਨਾ ਸਾਹਿਬ ਜੀ ਦੀ ਪੇਸ਼ੀ ਤੇ ਵਕੀਲ ਨੂੰ ਦੇਣਾ ਪੈਂਦਾ। ਉਹ ਆਇਆ ਸੀ ਬਿੱਲ, ਉਹ ਪਾਸ ਕੀਤੇ ਗਏ। ਉਧਰ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਇੱਕ ਵਫਦ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੂੰ ਮਿਲਿਆ, ਜਿਸ ਦਰਮਿਆਨ ਉਹਨਾਂ ਨੇ ਅਹਿਮ ਚਰਚਾ ਕੀਤੀ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਅਹਿਮ ਸੁਰੱਖਿਆ ਦਿੱਤੀ ਜਾਵੇ। ਪੰਜਾਬ ਦੇ ਵਿੱਚ ਜੋ ਸਥਾਨਕ ਚੋਣਾਂ ਹੋ ਰਹੀਆਂ ਨੇ, ਉਹਨਾਂ ਵਿੱਚ ਜੋ ਧਾਂਦਲੀ ਹੋ ਰਹੀ ਆ ਔਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਨੇ ਚੋਣਾਂ ਹਾਈਜੈਕ ਜਿਵੇਂ ਕੀਤੀਆਂ ਨੇ ਔਰ ਸਟੇਟ ਮਸ਼ੀਨਰੀ ਦੀ ਜਿਵੇਂ ਦੁਰਵਰਤੋਂ ਹੋ ਰਹੀ ਆ ਔਰ ਖਾਸ ਤੌਰ ਤੇ ਮਤਲਬ ਵੱਡੀ ਪੱਧਰ ਤੇ ਥੋਕ ਦੇ ਵਿੱਚ ਕਾਗਜ਼ ਜਿਵੇਂ ਰੱਦ ਹੋਏ ਨੇ ਔਰ ਵਿਸ਼ੇਸ਼ ਤੌਰ ਤੇ ਕਾਗਜ਼ ਭਰਨ ਜਾਣ ਵਾਲਿਆਂ ਨੂੰ ਜਿਵੇਂ ਰੋਕਿਆ ਗਿਆ ਔਰ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਤੇ ਜਲਾਲਾਬਾਦ ਵਿੱਚ ਜਿਵੇਂ ਹਮਲਾ ਹੋਇਆ ਔਰ ਖਾਸ ਤੌਰ ਤੇ ਉਹਨਾਂ ਦੀ ਸਿਕਿਉਰਿਟੀ ਦੇ ਇੰਚਾਰਜ ਵੱਲੋਂ ਰਿਪੋਰਟ ਦੇਣ ਦੇ ਬਾਵਜੂਦ ਦੋਸ਼ੀਆਂ ਤੇ ਕੇਸ ਦਰਜ ਨਹੀਂ ਹੋਏ, ਬਲਕਿ ਸਾਡੇ ਲੋਕਾਂ ਤੇ ਕੇਸ ਦਰਜ ਹੋ ਗਏ। ਸਰਬ ਪਾਰਟੀ ਮੀਟਿੰਗ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਯਕੀਨ ਦਿਵਾਇਆ ਸੀ ਕਿ ਕਿਸੇ ਤਰ੍ਹਾਂ ਗੁਨਾਹਗਾਰ ਜਿਹੜੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ, ਭਾਵੇਂ ਕੋਈ ਕਾਂਗਰਸੀ ਆ ਭਾਵੇਂ ਕੋਈ ਅਧਿਕਾਰੀ ਆ। ਕਿਸੇ ਇੱਕ ਪੁਲਿਸ ਅਫਸਰ ਤੇ ਐਕਸ਼ਨ ਨਹੀਂ ਹੋਇਆ ਵੀ ਤੁਹਾਡੀ ਹਾਜ਼ਰੀ 'ਚ ਜੈਡ ਸਿਕਿਉਰਿਟੀ ਵਾਲੇ ਬੰਦੇ ਤੇ ਐਡਾ ਵੱਡਾ ਹਮਲਾ ਹੋਇਆ, ਤੇ ਨਾ ਹੀ ਕਿਸੇ ਇੱਕ ਕਾਂਗਰਸੀ ਤੇ ਕੋਈ ਐਕਸ਼ਨ ਹੋਇਆ, ਬਲਕਿ ਅਕਾਲੀ ਦਲ ਦੇ ਵਰਕਰਾਂ ਤੇ ਕੇਸ ਦਰਜ ਹੋ ਗਏ। ਇਸ ਕਰਕੇ ਜਿਹੜੀ ਕਾਊਂਟਿੰਗ ਆ ਉਹ ਤੁਰਤ ਹੀ ਚੋਣ ਖਤਮ ਹੋਣ ਤੋਂ ਕਰਾਈ ਜਾਵੇ, ਪੈਰਾਮਿਲਟਰੀ ਫੋਰਸ ਡਿਪਲਾਏ ਕੀਤੀਆਂ ਜਾਣ, ਵੀਡੀਓ ਕੈਮਰਾਜ਼ ਲਾਏ ਜਾਣ ਪੋਲਿੰਗ ਬੂਥਾਂ ਤੇ ਔਰ ਜਿਹੜੇ ਬੂਥ ਮਤਲਬ ਜਿਹੜੇ ਕਮੇਟੀਆਂ ਬਹੁ ਗਿਣਤੀ ਦਿਖਾਤੀ ਵੱਡੇ ਪੱਧਰ ਤੇ ਰੱਦ ਕਰਤੇ ਪਰਚੇ, ਉਹ ਜਿਹੜੇ ਪਰਚੇ ਰੱਦ ਹੋਏ ਨੇ, ਕਾਗਜ਼ ਰੱਦ ਹੋਏ ਨੇ ਤੇ ਆਪਣੀ ਮੈਜੋਰਟੀ ਬਣਾ ਲਈ, ਉਹਨਾਂ ਵਿੱਚ ਦੁਬਾਰਾ ਇਲੈਕਸ਼ਨ ਹੋਵੇ, ਦੁਬਾਰਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕੀ ਰੂਲਿੰਗ ਪਾਰਟੀ ਦਾ MLA ਨੂੰ ਇਹ ਐਗਜ਼ੰਪਸ਼ਨ ਹੈ ਕਿ ਉਹ ਕਾਨੂੰਨ ਆਪਣੇ ਹੱਥ 'ਚ ਲੈ ਸਕਦਾ ਹੈ? ਇਹ ਟੋਟਲ ਪਬਲਿਕ ਪੀਸ ਟ੍ਰੈਂਕੁਇਲਿਟੀ ਨੂੰ ਵਾਇਲੇਟ ਕਰਦੀ ਹੈ। ਸੀਰੀਅਸ ਪ੍ਰੋਵੀਜ਼ਨਸ ਇੰਡੀਅਨ ਪੀਨਲ ਕੋਡ ਦੀ ਦਾ ਇਹਦਾ ਕੇਸ ਬਣਦਾ ਹੈ। ਕੀ ਵੇਟ ਕਰ ਰਹੀ ਹੈ ਗਵਰਨਮੈਂਟ? ਇਹ ਤਾਂ ਮਤਲਬ ਇੱਕ ਖੁੱਲ੍ਹਾ ਸੱਦਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਈ ਸਰਕਾਰ ਸੱਦਾ ਦੇ ਰਹੀ ਹੈ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਅਸੀਂ ਗਵਰਨਰ ਸਾਹਿਬ ਨੂੰ ਕਹਿ ਗਏ ਕਦੇ ਪ੍ਰਵਾਨ ਨਹੀਂ ਕਰੂਗਾ। ਸਾਡੇ ਅਮਨ ਦੀ, ਸਾਡੇ ਪੀਸ ਦੀ, ਸਾਡੇ ਆਪਸੀ ਭਾਈਚਾਰੇ ਦੀ ਸੋਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰੀ ਨਾ ਸਮਝਿਆ ਜਾਵੇ। ਹੁਣ ਬੜੀ ਵਾਰੀ ਅਸੀਂ ਕਮਿਸ਼ਨ ਨੂੰ ਪੁਆਇੰਟ ਆਊਟ ਕਰ ਚੁੱਕੇ ਹਾਂ, ਗਿਣਤੀ ਦਿਖਾ ਚੁੱਕੇ ਹਾਂ ਕਿ 200 250 ਵੋਟ ਇੱਕ ਵਾਰਡ ਦੀ ਜਿਹੜੀ ਕਾਂਗਰਸ ਦੇ ਕੈਂਡੀਡੇਟ ਨੂੰ ਸੂਟ ਨਹੀਂ ਕਰਦੀ, ਉਹਦੇ ਚੋਂ ਕੱਢ ਕੇ ਕਿਸੇ ਹੋਰ ਵਾਰਡ 'ਚ ਪਾਤੀ ਜਾਂਦੀ ਹੈ, ਜਾਂ ਜਿਹੜੀਆਂ ਕੈਂਡੀਡੇਟ ਨੂੰ ਵੋਟਾਂ ਚਾਹੀਦੀਆਂ ਉਹ ਜਿੱਥੇ ਮਰਜ਼ੀ ਪਈਆਂ ਹੁਣ ਉਹਨੂੰ ਉਹਦੇ ਵਾਰਡ 'ਚ ਜਾ ਕੇ ਦਿੱਤੀਆਂ ਜਾਂਦੀਆਂ ਚਾਹੀਦੀਆਂ। ਕਮਿਸ਼ਨ ਐਕਸ਼ਨ ਨਹੀਂ ਲੈ ਰਿਹਾ। ਔਰ ਜਿਹੜੀ ਚੰਦੂ ਮਾਜਰਾ ਸਾਹਿਬ ਨੇ ਗੱਲ ਕੀਤੀ ਆ ਉਹ ਹੁਣ ਰਿਕਾਰਡ ਤੇ ਹੈ ਵੀ ਕੈਂਡੀਡੇਟ ਨੇ ਨੋਮੀਨੇਸ਼ਨ ਵੀ ਫਾਈਲ ਕਰ ਦਿੱਤੇ, ਸਕਰੂਟਨੀ ਵੀ ਹੋ ਗਈ, 5 ਤਰੀਕ ਨਿਕਲ ਗਈ। 5 ਤਰੀਕ ਤੋਂ ਬਾਅਦ ਉਹਦੀ ਵੋਟ ਵੀ ਕੈਂਡੀਡੇਟ ਦੀ ਤੇ ਦੂਜੇ ਵਾਰਡ 'ਚ ਬਾਕੀ ਵੋਟਾਂ ਵੀ ਉਹਦੀਆਂ ਸ਼ਿਫਟ ਕਰ ਦਿੱਤੀਆਂ। ਇਹਨਾਂ ਵੀ ਨਹੀਂ ਯਾਦ ਰਿਹਾ ਇਹਨਾਂ ਨੂੰ ਵੀ ਕੈਂਡੀਡੇਟ ਵੀ ਵਿੱਚ ਹੈ। ਹੁਣ ਕਮਿਸ਼ਨ ਇਸ ਪ੍ਰੂਫ ਦੀ ਇੰਤਜ਼ਾਰ ਕਰ ਰਿਹਾ ਕਿ ਉਹਦੇ ਸਾਹਮਣੇ ਆ ਕਿ ਜੇ ਸਕਰੂਟਨੀ ਵਾਲੀ ਡੇਟ ਤੱਕ ਉਹ ਵੋਟ ਉਸ ਵਾਰਡ ਦੇ ਵਿੱਚ ਸੀ ਤੇ ਫਿਰ ਉਸ ਤੋਂ ਬਾਅਦ ਵੋਟਾਂ ਟ੍ਰਾਂਸਫਰ ਹੋ ਰਹੀਆਂ, ਇਸ ਤੋਂ ਵੱਡਾ ਸਬੂਤ ਕਮਿਸ਼ਨ ਨੂੰ ਕੀ ਚਾਹੀਦਾ? ਕਿ ਇਹ ਪੋਲਿੰਗ ਪ੍ਰੋਸੈਸ ਸਾਰੀ ਵਿਸ਼ੀਏਟ ਹੋਈ ਆ ਕਿ ਨਹੀਂ ਹੋਈ? ਇਸ ਤੋਂ ਵੱਡਾ ਸਬੂਤ ਕਮਿਸ਼ਨ ਨੂੰ ਹੋਰ ਕੀ ਚਾਹੀਦਾ ਕਿ ਉਹਦੇ ਆਪਣੇ ਅਧਿਕਾਰੀਆਂ ਨੇ ਤਸਦੀਕ ਕੀਤਾ ਸਕਰੂਟਨੀ ਵਾਲੇ ਦਿਨ ਕਿ ਉਹਦੀ ਵੋਟ ਇਸ ਵਾਰਡ ਦੇ ਵਿੱਚ ਆ, ਔਰ ਉਸ ਤੋਂ ਬਾਅਦ ਇਹਦਾ ਮਤਲਬ ਖੁੱਲ੍ਹੀ ਛੁੱਟੀ ਆ ਅਖੀਰਲੇ ਦਿਨ ਤੱਕ ਕਿ ਵੋਟ ਤੁਸੀਂ ਲੱਭ ਲਓ ਤੇ ਰਿਟਰਨਿੰਗ ਅਫਸਰ ਨੂੰ ਦੱਸ ਦਿਓ ਵੀ ਇਹ ਇਸ ਕੈਂਡੀਡੇਟ ਨੂੰ ਚਾਹੀਦੀ ਆ ਤੇ ਸ਼ਾਮ ਨੂੰ ਉਹ ਵੋਟ ਉਹਦੇ ਵਾਰਡ ਦੇ ਵਿੱਚ ਪਹੁੰਚ ਜਾਏਗੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਰੂਪਨਗਰ ਦੇ ਵਿੱਚ ਦੌਰਾ ਕੀਤਾ ਗਿਆ। ਇਸ ਦਰਮਿਆਨ ਰੂਪਨਗਰ ਦੇ ਵਿੱਚ ਵਿਚਰਦਿਆਂ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਦਰਮਿਆਨ ਵਿਕਾਸ ਦੀ ਦਰ ਦੇ ਉੱਤੇ ਕਾਫੀ ਵੱਡੀ ਰੋਕ ਲੱਗੀ ਹੈ। ਤਾਂ ਮੈਨੂੰ ਖੁਸ਼ੀ ਹੈ ਕਿ ਜਿੰਨੇ ਵੀ ਸਾਡੇ ਚੋਣ ਜਲਸੇ ਹੋ ਰਹੇ ਆ ਬੜੀ ਚੜ੍ਹਦੀ ਕਲਾ ਵਾਲੇ ਜਲਸੇ ਹੋ ਰਹੇ। ਰੋਜ਼ ਹੀ 5-6 ਜਲਸੇ ਅਸੀਂ ਕਰਦੇ ਹਾਂ
ਔਰ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਪੋਜ਼ਿਟਿਵ ਰਿਸਪੌਂਸ ਹੈ, ਕਿਉਂਕਿ ਸਾਡੀ ਜਿਹੜੀ ਕ੍ਰੈਡੀਬਿਲਿਟੀ ਹੈ ਕੰਮ ਕਰਨ ਦੀ, ਉਹ ਇਹ ਸ਼ਹਿਰ ਦੇ ਲੋਕਾਂ ਨੇ ਪੁਰਾਣੀ ਦੇਖੀ ਹੈ। ਬਹੁਤ ਵੱਡੀਆਂ ਮੁਸ਼ਕਲਾਂ ਸੀ ਜਦੋਂ ਮੈਂ ਇੱਥੇ ਆਇਆ ਸੀ, ਤੇ ਅੱਜ ਸ਼ਹਿਰ ਦੇ ਵਿੱਚ 95% ਤੋਂ ਵੱਧ ਜਿਹੜਾ ਸੀਵਰੇਜ ਦਾ, ਵਾਟਰ ਸਪਲਾਈ ਦਾ, ਸੜਕਾਂ ਦਾ, ਗਲੀਆਂ ਦਾ, ਸਟਰੀਟ ਲਾਈਟਾਂ ਦਾ ਕੰਮ ਮੁਕੰਮਲ। ਇਸ ਲਈ ਲੋਕੀ ਤਾਂ ਹੁਣ ਫਿਰ ਉਹ ਪੁਰਾਣੇ ਦਿਨ ਯਾਦ ਕਰਦੇ ਆ ਕਿ ਅਕਾਲੀ ਸਰਕਾਰ ਵੇਲੇ ਕਿੱਡਾ ਵੱਡਾ ਸਹਿਯੋਗ ਇਹ ਸ਼ਹਿਰ ਨੂੰ ਮਿਲਿਆ ਸੀ। ਅੱਜ ਵੀ ਜਿਹੜੀਆਂ ਬਾਕੀ ਮੁਸ਼ਕਲਾਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਹੀ, ਔਰ ਜੋ ਕਾਂਗਰਸ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਰਹੀ ਹੈ, ਕਿਉਂਕਿ 4.25 ਸਾਲ ਦਾ ਸਮਾਂ ਹੋ ਗਿਆ, ਦੋਨਾਂ ਚੋਂ ਇੱਕ ਵੀ ਅੱਜ ਸਾਨੂੰ ਇਹ ਨਹੀਂ ਦੱਸ ਸਕਦਾ ਕਿ ਅਸੀਂ ਇਹਨਾਂ 4.25 ਸਾਲਾਂ ਵਿੱਚ ਇਸ ਹਲਕੇ ਵਾਸਤੇ ਜਾਂ ਰੋਪੜ ਸ਼ਹਿਰ ਵਾਸਤੇ ਕੋਈ ਇੱਕ ਵੀ ਕੰਮ ਕੀਤਾ। ਰਾਦਰ ਜਿਹੜੇ ਸਾਡੇ ਪੈਸੇ ਆਏ ਹੋਏ ਸੀ ਵਾਪਸ ਜ਼ਰੂਰ ਲੈ ਗਏ, ਜਿਹੜੇ ਸਾਡੇ ਪੈਸੇ ਇੱਥੇ ਖਾਤਿਆਂ 'ਚ ਪਏ ਸੀ 3 ਕਰੋੜ ਦੇ ਕਰੀਬ, ਉਹਦੇ 'ਤੇ ਰੋਕਾਂ ਜ਼ਰੂਰ 2 ਸਾਲ ਲਾਉਂਦੇ ਰਹੇ ਕਿ ਕਿਤੇ ਕਮੇਟੀ ਕੰਮ ਨਾ ਕਰ ਲਵੇ, ਅਕਾਲੀ ਦਲ ਦੀ ਕਮੇਟੀ ਹੋਣ ਦੇ ਕਰਕੇ, ਪਰ ਉਹਨਾਂ ਕੋਲੇ ਸ਼ਹਿਰ ਵਾਸੀਆਂ ਨੂੰ ਦੱਸਣ ਵਾਸਤੇ ਕੁਝ ਨਹੀਂ। ਇਸ ਕਰਕੇ ਬੜਾ ਅੱਛਾ ਰਿਸਪੌਂਸ ਹੈ, ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਜਿਹੜੀ ਆ ਉਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬਣੇ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਰਚੁਅਲ ਤੌਰ ਤੇ ਉੱਤੇ ਸੇਵਾ ਕੇਂਦਰਾਂ ਦੇ ਵਿੱਚ 56 ਦੇ ਕਰੀਬ ਸੇਵਾਵਾਂ ਦੀ ਸ਼ੁਰੂਆਤ ਕਰਵਾਈ ਗਈ ਹੈ। ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਆਮ ਲੋਕਾਂ ਦੀ ਖੱਜਲ ਖੁਆਰੀ ਘਟੇਗੀ ਅਤੇ ਕਈ ਕੰਮ ਨੇ ਜੋ ਬਹੁਤ ਜਲਦੀ ਉਹਨਾਂ ਦੇ ਨਿਬੜ ਜਾਇਆ ਕਰਨਗੇ। ਉਧਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਖਾਸ ਤੌਰ ਤੇ ਉੱਤੇ ਉਹਨਾਂ ਨੇ ਕਈ ਵੱਡੇ ਅਤੇ ਅਹਿਮ ਗੱਲਾਂ ਦੇ ਉੱਤੇ ਚਰਚਾ ਕੀਤੀ ਹੈ। ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਉਹਦਾ ਕੋਈ ਪੋਲਿਟਿਕਸ ਨਾਲ ਕੋਈ ਸੰਬੰਧ ਨਹੀਂ, ਉਹਦੀ ਕੁਰਸੀ ਖੋਣ ਨਾਲ ਕੋਈ ਸੰਬੰਧ ਨਹੀਂ, ਤੇ ਉਹਨੂੰ ਇੰਨਾ ਮੰਦਾ ਬੋਲਣਾ ਇਹ ਫਿਰ ਹਜ਼ਮ ਨਹੀਂ ਹੁੰਦਾ ਕਿਸਾਨਾਂ ਨੂੰ। 1-2 ਦਿਨਾਂ 'ਚ ਬਾਹਰ ਆਊ, ਹਲ ਤਾਂ ਕੱਲ੍ਹ ਟੁੱਟਿਆ ਉਹ ਤਾਂ ਸ਼ੁਰੂ ਹੋਊ, ਬਾਹਰ ਕੀ ਆਉਂਦਾ ਲੱਗ ਜੂ ਪਤਾ। ਅਸੀਂ ਬਕਾਇਦਾ ਇੱਕ ਵਕੀਲਾਂ ਦੀ ਕਮੇਟੀ ਬਣਾਈ ਹੈ, 2 ਵਕੀਲ ਹਰ ਵੇਲੇ ਉੱਥੇ ਸਟੇਜ ਦੇ ਪਿੱਛੇ ਬੈਠੇ ਰਹਿੰਦੇ ਨੇ ਵੀ ਜੇ ਕੋਈ ਇੱਥੇ ਆ ਗਿਆ ਉਹਨੂੰ ਸਾਰਾ ਗਾਈਡ ਕਰਨਾ। ਔਰ ਗੁਰਦੁਆਰਾ ਰਕਾਬਗੰਜ ਸਾਹਿਬ ਇੱਕ ਦਫ਼ਤਰ ਬਣਾਇਆ ਹੋਇਆ, ਇੱਕ ਵੱਡੀ ਟੀਮ ਹੈ ਵਕੀਲਾਂ ਦੀ। ਅਸੀਂ ਸਾਰਿਆਂ ਨੂੰ, ਪੇਰੈਂਟਸ ਨੂੰ ਕਿਹਾ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਕਿਹਾ ਵੀ ਵਕਾਲਤਨਾਮਾ ਲਿਆ ਦਿਓ, ਬਾਕੀ ਕੰਮ ਅਸੀਂ ਕਰਾਂਗੇ। 6 ਨੌਜਵਾਨਾਂ ਦੀ ਜ਼ਮਾਨਤ ਹੋ ਵੀ ਚੁੱਕੀ ਹੈ, ਬਾਕੀ ਦਾ ਜਿਉਂ ਆਈ ਜਾਂਦੇ ਨੇ ਉਹ ਕੇਸ ਲਾਈ ਜਾਂਦੇ ਨੇ। ਸੁਸਾਇਟੀ 'ਚ ਰੋਜ਼ ਇਹੋ ਜਿਹੇ ਕੇਸਿਸ ਬਹੁਤ ਹੁੰਦੇ ਨੇ ਜਦੋਂ ਬੇਲਗਾਮੀ ਸਰਕਾਰ ਰਾਜ ਕਰਦੀ ਹੋਵੇ, ਫਿਰ ਇਹੋ ਜਿਹੇ ਘਟਨਾਕ੍ਰਮ ਹੁੰਦੇ ਨੇ। ਇਹ ਸਾਡਾ ਸਾਰਾ ਧਿਆਨ ਆਪਣੇ ਅੰਦੋਲਨ 'ਤੇ ਕੇਂਦਰਿਤ ਹੈ। ਕੋਈ ਬਾਕੀ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਦਾ ਵੀ ਰੋਲ ਬਣਦਾ ਕੁਝ ਉਹਦੇ 'ਤੇ ਕੁਝ ਕਰਨ, ਪਰ ਫਿਰ ਵੀ ਜੋ ਸਾਡੇ ਕੋਲੋਂ ਹੋ ਪਾਏਗਾ ਅਸੀਂ ਕਰਾਂਗੇ। ਮੈਂ ਡਿਨਾਈ ਨਹੀਂ ਕਰਦਾ, ਪਰ ਸਾਡੀ ਮੁਸ਼ਕਿਲ ਇਹ ਆ ਵੀ ਅਸੀਂ ਇੱਕ ਵੱਡੇ ਅੰਦੋਲਨ 'ਚ ਫਸੇ ਹੋਏ ਹਾਂ, ਸਾਰਾ ਧਿਆਨ ਸਾਡਾ ਉਹਦੇ 'ਤੇ ਕੇਂਦਰਿਤ ਕੀਤਾ ਹੋਇਆ। ਇਹ ਅਸਲ 'ਚ ਅੰਦੋਲਨ ਜਨ ਅੰਦੋਲਨ ਬਣ ਗਿਆ। ਲੋਕਾਂ ਦੀਆਂ ਬਹੁਤ ਸਾਰੀਆਂ ਆਸਾਂ ਨੇ ਇਸ ਅੰਦੋਲਨ ਤੋਂ, ਸਿਰਫ ਇਹ ਮੰਗਾਂ ਤੱਕ ਸੀਮਤ ਨਹੀਂ ਰਹੇ। ਲੋਕ ਬਹੁਤ ਕੁਝ ਸੋਚਦੇ ਨੇ। ਵਾਹਿਗੁਰੂ ਮਿਹਰ ਕਰੇ ਉਹਨਾਂ ਦੀ ਇਹ ਸੋਚ ਜਿਹੜੀ ਇਕੱਠੀ ਰਹੇ ਔਰ ਇਕੱਠੀ ਹੋ ਕੇ ਇਹਦੇ 'ਚ ਨਤੀਜੇ ਅੱਛੇ ਨਿਕਲਣ। ਉਧਰ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਨੇ ਰਾਜਸਥਾਨ ਤੋਂ ਕਾਂਗਰਸੀ ਆਗੂ ਸਚਿਨ ਪਾਇਲਟ ਦੇ ਵੱਲੋਂ ਇੱਕ ਵੱਡਾ ਇਕੱਠ ਕਰਦਿਆਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਸ ਮੌਕੇ ਦੇ ਉੱਤੇ ਨਾ ਖੇਤੀ ਕਾਨੂੰਨਾਂ ਦਾ ਨੁਕਸਾਨ ਵੀ ਦੱਸਿਆ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਰਗੜਾ ਲਾਇਆ। इस लोकतंत्र में किसान की बात उठाना कोई गुनाह नहीं है, और आप कल्पना कीजिए 2.5 महीने से किसान सड़कों पर बैठे दिल्ली की सरहद पर, और एक भी वहाँ पर कोई अनुशासन को तोड़ा नहीं गया, कानून को हाथ में लिया नहीं गया। इसलिए मैं समझता हूँ ये आरोप बेबुनियाद है। हम किसानों के साथ थे और खड़े रहे। सब किसानों की मांग के साथ हैं। ये कहना कि किसान अपनी बात मनवाने के लिए इतने दिन से बैठे हैं और उसके बावजूद भी सरकार टस से मस नहीं हो रही, मुझे लगता है कि सरकार को अपना अहम और घमंड वापस लेना चाहिए। ये तीनों जो कृषि बिल बने हैं ये कानून और किसान के हित में नहीं है, इसलिए पूरे देश का समूचा किसान वर्ग चाहता है कि वापस लिए जाएं। और सिर्फ किसानों तक सीमित नहीं है, पूरा देश का एक नागरिक इन किसानों की मांग के साथ है। इतने लोगों की जान चली गई और अपना घर बार छोड़कर ठंड के महीने में इतने किसान बैठे हैं दिल्ली के बॉर्डरों के ऊपर, और इसी संदर्भ में राहुल गांधी जी भी राजस्थान में आ रहे हैं, किसानों को संबोधित करेंगे और किसानों की मांग के साथ अपनी मांग को रखकर हम उम्मीद करेंगे कि सरकार हमारी बात को माने और कानून वापस ले ले। नागरिक का नहीं, प्रांत का नहीं है, इस देश का अन्नदाता है, उसकी आज भविष्य अंधेरे में है, उसकी रक्षा करना बहुत महत्वपूर्ण है। आज कोई चुनाव नहीं है, कोई राजनीति नहीं है, लेकिन ये जो कानून बने हैं ये किसानों की राय के बिना बने हैं, राज्य सरकारों की राय से ली नहीं गई, जल्दबाजी में और ज़बरदस्ती में कानून बनाए गए हैं और अंततः मुझे लगता है इस सरकार को वापस लेने पड़ेंगे।
26 ਜਨਵਰੀ ਦੀ ਘਟਨਾ ਤੋਂ ਬਾਅਦ ਲਗਾਤਾਰ ਸਿੰਘੂ ਬਾਰਡਰ ਦੇ ਉੱਤੇ ਹੋਈ ਘਟਨਾ ਦੇ ਦਰਮਿਆਨ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਨ੍ਹਾਂ ਦੀ 120 ਦੇ ਕਰੀਬ ਦੀ ਲਿਸਟ ਦਿੱਲੀ ਪੁਲਿਸ ਖੁਦ ਜਾਰੀ ਕਰ ਚੁੱਕੀ ਹੈ। ਇਸ ਦਰਮਿਆਨ ਕਈ ਕਿਸਾਨਾਂ ਦੇ ਨਾਲ ਅੰਦਰ ਦੁਰਵਿਵਹਾਰ ਹੋਣ ਦੀਆਂ ਗੱਲਾਂ ਬਾਹਰ ਆ ਰਹੀਆਂ ਸੀ। ਇਹਨਾਂ ਗੱਲਾਂ ਨੂੰ ਲੈ ਕੇ ਖੁਦ ਪਰਮਜੀਤ ਸਿੰਘ ਸਰਨਾ ਤਿਹਾੜ ਹੈੱਡਕੁਆਟਰ ਪਹੁੰਚੇ ਨੇ, ਜਿੱਥੇ ਤਿਹਾੜ ਜੇਲ੍ਹ ਦੇ ਹੈੱਡਕੁਆਟਰ ਪਹੁੰਚ ਕੇ ਉਹਨਾਂ ਕਿਸਾਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਸਰਨਾ ਦਾ ਕਹਿਣਾ ਸੀ ਕਿ ਸਾਰੇ ਕਿਸਾਨ ਸਹੀ ਨੇ ਅਤੇ ਉਹਨਾਂ ਦੇ ਕੋਲ ਕਿਸੇ ਵੀ ਕਿਸਮ ਦੇ ਸਮਾਨ ਦੀ ਕਮੀ ਨਹੀਂ ਹੈ, ਹਰ ਕਿਸਮ ਦੀ ਕਮੀ ਉਹਨਾਂ ਦੀ ਪੂਰੀ ਹੋ ਚੁੱਕੀ ਹੈ। ਕੀ ਕੁਝ ਕਹਿ ਰਹੇ ਨੇ ਪਰਮਜੀਤ ਸਰਨਾ, ਉਹ ਸੁਣਦੇ ਹਾਂ। ਸਾਨੂੰ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦਾ ਸੁਨੇਹਾ ਮਿਲਿਆ ਸੀ ਕਿ ਜੇਲ੍ਹ ਦੇ ਵਿੱਚ ਮਹਿੰਦਰ ਸਿੰਘ ਤੇ ਇੱਕ ਹੋਰ ਬੰਦੇ ਨੂੰ ਬਹੁਤ ਜ਼ਿਆਦਾ ਮਾਰਕਟਾਈ ਕੀਤੀ ਗਈ ਹੈ ਤੇ ਤੁਸੀਂ ਪਤਾ ਕਰੋ ਵੀ ਕਿਉਂ ਮਾਰਿਆ ਗਿਆ। ਅਸੀਂ ਇੱਥੇ ਆਏ ਹਾਂ, ਉਹਨਾਂ ਕੋਲ ਪਤਾ ਕੀਤਾ ਹੈ। ਅਸੀਂ ਉਹਨਾਂ ਨੂੰ ਪਹਿਲੇ ਨਾਂ ਦੱਸ ਦਿੱਤੇ सन, ਉਹਨਾਂ दरियाफ्त करके रखा है। ऐसे उन्होंने कहा ये लड़के बिल्कुल ठीक ठाक हैं, उनके साथ कोई मारकुटाई वगैरह बिल्कुल नहीं हुई है। सिर्फ पूछा है, कोई एक बात पूछनी थी वो पूछी जरूर है, मारकुटाई नाम ने की है ना, हम करते हैं जेल में। सानू ये भी पता है कि कल असी SP करनाल में मिल के गए सी, ਜਿਹੜੀ ਨਵਦੀਪ ਕੌਰ ਲੜਕੀ ਕਹਿ ਸੀ ਉਹਦੇ ਬਾਰੇ ਸਾਰੀ ਗੱਲ ਕੀਤੀ ਹੈ। ਸਾਰੀ ਜਾਣਕਾਰੀ ਲਿਆ ਕੇ ਅਸੀਂ ਜਿਹੜੇ ਸੰਬੰਧਿਤ ਅਧਿਕਾਰੀ ਉਹਨਾਂ ਨਾਲ ਗੱਲ ਕੀਤੀ ਹੈ। ਉਹ ਲੜਕੀ ਦੇ ਨਾਲ ਜਿਹੜੇ ਅਗਰ ਬੇਲ ਐਪਲੀਕੇਸ਼ਨ ਪਾਏਗੀ ਉਹ ਲੀਨੀਅੰਟ ਵੀ ਲੈਣਗੇ ਤੇ ਉਹਦੀ ਇਨਕੁਆਇਰੀ ਜਿਹੜੀ ਹੈਗੀ ਉਹ ਦੁਬਾਰਾ ਕਰਾਉਣ ਦੇ ਵੀ ਉਹਨਾਂ ਨੇ ਭਰੋਸਾ ਸਾਨੂੰ ਦਵਾਇਆ। ਦੇ ਮੌਕੇ ਦੇ ਉੱਤੇ ਜਿਨ੍ਹਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਸਾਰੇ ਦੇ ਸਾਰੇ ਬਿਲਕੁਲ ਠੀਕ ਹੈਗੇ। ਉਹਨਾਂ ਕੋਲ ਸਮਾਨ ਦੀ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੋਏ ਸਾਨੂੰ ਦੱਸਣਾ, ਅਸੀਂ ਜ਼ਰੂਰ ਪਹੁੰਚਾਵਾਂਗੇ। ਔਰ ਇਹ ਵੀ ਮੈਨੂੰ ਪਤਾ ਲੱਗਾ ਵੀ ਕਈਆਂ ਨੇ ਝੂਠ ਬੋਲਿਆ, ਮੈਂ ਅੰਦਰ ਮਿਲਣ ਗਿਆ ਉਹ ਕਹਿੰਦੇ ਅੱਜ ਤੱਕ ਕੋਈ ਉਹਨਾਂ ਨੂੰ ਮਿਲਣ ਨਹੀਂ ਗਿਆ, ਸਭ ਝੂਠ ਹੈਗਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।